हमरे दुष्ट सबै तुम कावो, आप हाथ दे मोहे बचावो। सुखी बसै मोरो परवारा, सेवक सिख सबै करतारा। सुखौ होटल गुर सेवियै, निस सहज सुभाए। दर्शन परसै गुरु कै, जन्म मरण दुख जाय। होवै सिफत कसमदी, नूर अरसों कुरसों चटिया। तुद डिठे सच्चे पातशाह, माल जन्म जन्म दी कटिया। तुद डिठे सच्चे पातशाह, माल जन्म जन्म दी कटिया। सतनाम श्री वाहिगुरु साहिब जीओ। सोरठ महला नावा, एह जग मीत ना देखियो कोई। सगल जगत अपने सुख लाग्यो, दुख मैं संग न होई रहो। दारा मीत भूत संबंधी, सगरे धन स्यों लागे। जब ही निर्धन देखियो नर को, संग छाड़ सब भागे। एह जग मीत ना देखियो कोई। वाहिगुरु जी का खालसा, वाहिगुरु जी की फतेह। वालिए कुल आलम सरवरे कायनात, जुगो जुग अटल गरीब नवाज। सतगुरु गुरु ग्रंथ साहिब जियां दी पवित्र पावन हजूरी अंदर जुड़ मिल करके बैठी हुई गुरु प्यारी, गुरु सवारी, गुरु खालसा साध संगत जियो। आप संगत ने सतगुरां दी इलाही बाणी, आसा दी वार दे पवित्र कीर्तन दियां दातां सरवण कीतियां। इस वेले आपां सतगुरां दी लड़ीवार गुरबाणी दी कथा साहिब गुरु तेग बहादुर महाराज साहब जियां दे जिहड़े बचन हन, वो आपां सरवण कर रहे हाँ। सोठ राग दे विच महाराज जियां ने 12 शब्द गुरु तेग बहादुर पातशाह ने बख्शिश कीते ने। इहदे विचों 8 शब्द जिहड़े हन वो आपां सरवण कर लए ने। अज 9वां शब्द जो है वो सरवण करन वास्ते जा रहे हाँ। इस शब्द नूं गुरु अर्जन देव पातशाह महाराज जियां ने 633 अंग दे उपर लिखिया है, क्योंकि गुरु ग्रंथ साहिब जियां दा स्वरूप तैयार करवाउण वाले गुरु अर्जन देव महाराज ने, उन्होंने ये बाणी जिहड़ी है लिखी है धन 10वें पातशाह जियां ने दमदमा साहब की धरती ते भाई मनी सिंह जियां नूं लखारी ला के ते दमदमा साहब बैठ के इस बाणी नूं लिखवाया। फिर अपने पिता गुरु तेग बहादुर महाराज जियां दी बाणी विच दर्ज कीती। 633 अंग दे उपर ये जो शब्द है आपां नूं बख्शिश हो रहा है। सोठ राग का ये 9वां शब्द गुरु तेग बहादुर पातशाह जियां दा है। आओ अपने मन के ध्यान नूं टकाइए, भावना दे नाल शरधा दे नाल सतगुरां दे पवित्र जिहड़े बचन हन उन्हां नूं सरवण करिए। मिल के आखिए सतनाम
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਨਵੇਂ ਨਵਾਂ। ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦਾ ਇਹ ਪਵਿੱਤਰ ਉਪਦੇਸ਼ ਆਪਾਂ ਸਰਵਨ ਕਰ ਰਹੇ ਹਾਂ। ਸਤਿਗੁਰੂ ਜੀ ਵੈਰਾਗਮਈ ਉਪਦੇਸ਼ ਇਸ ਸ਼ਬਦ ਦੇ ਦੁਆਰਾ ਸਾਨੂੰ ਬਖਸ਼ਦੇ ਹਨ। ਇਹ ਜਗ ਮੀਤ ਨਾ ਦੇਖਿਓ ਕੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਉਂਦੇ, ਕਹਿਣ ਲੱਗੇ ਸਾਰਾ ਸੰਸਾਰ ਜਿਹੜਾ ਹੈ ਨਾ, ਇਸ ਸੰਸਾਰ ਦੇ ਵਿੱਚ ਅਸਲ ਵਿੱਚ ਮਿੱਤਰ ਕੋਈ ਵੀ ਨਹੀਂ ਹੈ। ਗੱਲਾਂ ਦੇ ਨਾਲ ਸਾਡੇ ਬੜੇ ਮਿੱਤਰ ਬਣਨ ਨੂੰ ਲੋਕ ਆਖਦੇ, ਮੈਂ ਤੇਰਾ ਬੜਾ ਪੱਗਵਟ ਭਰਾ ਹਾਂ, ਮੈਂ ਤੇਰਾ ਬੜਾ ਡਾਢਾ ਮਿੱਤਰ ਹਾਂ, ਮੈਂ ਤੇਰਾ ਰਿਸ਼ਤੇਦਾਰ ਹਾਂ, ਭਾਵੇਂ ਪੁੱਤਰ ਹੈ ਭਾਵੇਂ ਪਿਤਾ ਹੈ। ਸੰਸਾਰ ਵਿੱਚ ਅਸਲ ਵਿੱਚ ਨਾਲ ਨਿਭਣ ਵਾਲਾ ਕੋਈ ਨਹੀਂ ਹੈ। ਜਦੋਂ ਪਰਖ ਦਾ ਸਮਾਂ ਪੈ ਜਾਂਦਾ ਹੈ ਨਾ, ਔਖੀ ਘੜੀ ਆ ਜਾਂਦੀ ਹੈ, ਜਿਹੜੇ ਆਪਣੇ ਕੋਲ ਆ ਕੇ ਬੈਠਦੇ ਸਨ, ਮਿੱਤਰ ਸਨ, ਉਹ ਸਾਰੇ ਛੱਡ ਕੇ ਪਰੇ ਹੋ ਗਏ, ਦੂਰ ਹੋ ਗਏ। ਸੰਗ ਸਾਥ ਸਭ ਭਾਗੇ, ਸਾਥ ਛੱਡ ਕੇ ਭੱਜ ਗਿਆ। ਕਿਉਂ? ਕਿਉਂਕਿ ਸੰਸਾਰ ਵਿੱਚ ਅਸਲੀ ਮਿੱਤਰ ਹੈ ਹੀ ਕੋਈ ਨਹੀਂ ਜਿਹੜਾ ਨਾਲ ਨਿਭੇ। ਸਾਰੀ ਦੁਨੀਆ ਆਪਣੇ ਸੁੱਖ ਵਾਸਤੇ ਲੱਗੀ ਹੋਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗਿਆਨ ਦੀ ਦ੍ਰਿਸ਼ਟੀ ਦੇ ਨਾਲ ਦੇਖ, ਆਪਣੀ ਸਮਝ ਦੇ ਨਾਲ ਸੋਚ ਕੇ ਵੇਖ, ਸੰਸਾਰ ਵਿੱਚ ਤੇਰਾ ਮਿੱਤਰ ਕੌਣ ਹੈ, ਕਿਸ ਨੂੰ ਤੂੰ ਆਪਣਾ ਮੰਨੀ ਬੈਠਾ ਹੈ। ਇਹ ਸਾਰੇ ਦੁਨੀਆ ਦੇ ਲੋਕ, ਇਹਨਾਂ ਵਿੱਚੋਂ ਤੇਰਾ ਮਿੱਤਰ ਕੋਈ ਨਹੀਂ ਹੋ। ਅਸਲੀ ਮਿੱਤਰ ਕੇਵਲ ਇੱਕ ਪਰਮਾਤਮਾ ਹੈ। ਸੱਜਣ ਸੱਚਾ ਪਾਤ ਸਾਹੋ, ਸਿਰ ਸਾਹਾਂ ਦਾ ਸਾਹੋ। ਇੱਕ ਪਰਮਾਤਮਾ ਇਹੋ ਜਿਹਾ ਮਿੱਤਰ ਹੈ ਜਿਹੜਾ ਇਸ ਲੋਕ ਦੇ ਵਿੱਚ ਵੀ ਮਦਦ ਕਰਦਾ ਅਤੇ ਪਰਲੋਕ ਦੇ ਵਿੱਚ ਵੀ ਕਰਦਾ। ਪਰਮਾਤਮਾ ਤੋਂ ਬਿਨਾਂ ਕੋਈ ਇਹੋ ਜਿਹਾ ਮਿੱਤਰ ਨਹੀਂ ਜਿਹੜਾ ਲੋਕ ਦੇ ਵਿੱਚ ਨਿਭੇ। ਪਰਲੋਕ ਵਿੱਚ ਨਿਭਣਾ ਤੇ ਸਾਡੇ ਵੱਸ ਦੀ ਗੱਲ ਨਹੀਂ। ਇਸ ਲੋਕ ਦੇ ਵਿੱਚ ਵੀ ਮਿੱਤਰ ਰਿਸ਼ਤੇਦਾਰ ਨਾਲ ਨਹੀਂ ਨਿਭਦੇ, ਪਰ ਪਰਮਾਤਮਾ ਇਹੋ ਜਿਹਾ ਇਸ ਲੋਕ ਦੇ ਵਿੱਚ ਵੀ ਭਗਤ ਪ੍ਰਹਿਲਾਦ ਦੀ ਰੱਖਿਆ ਕਰਦਾ ਪਿਆ, ਮਿੱਤਰ ਬਣਿਆ ਹੋਇਆ। ਪਰਮਾਤਮਾ ਇੱਕ ਇਹੋ ਜਿਹਾ ਭਗਤ ਕਬੀਰ ਸਾਹਿਬ ਦੀ ਰੱਖਿਆ ਕਰਦਾ ਪਿਆ, ਐਸਾ ਮਿੱਤਰ ਬਣ ਗਿਆ ਹੈ। ਇਸ ਲੋਕ ਦੇ ਵਿੱਚ ਵੀ ਉਹ ਰੱਖਿਆ ਕਰਦੇ, ਅਤੇ ਜਦੋਂ ਇਹ ਜੀਵ ਸਰੀਰ ਛੱਡ ਕੇ ਪਰਲੋਕ ਕਰ ਜਾਂਦਾ ਹੈ, ਉੱਥੇ ਵੀ ਇਸ ਦੀ ਰੱਖਿਆ ਹੁੰਦੀ। ਉਹ ਇਹੋ ਜਿਹਾ ਮਿੱਤਰ ਹੈ ਜਿਹੜਾ ਲੋਕ ਪਰਲੋਕ ਵਿੱਚ ਸਹਾਈ ਹੈ। ਉਹਦੇ ਤੋਂ ਬਿਨਾਂ ਗੁਰਮੁਖੋ ਸੰਸਾਰ ਵਿੱਚ ਕੋਈ ਮਿੱਤਰ ਹੈ ਹੀ ਨਹੀਂ ਜਿਹੜਾ ਤੇਰੀ ਮਦਦ ਕਰ ਸਕੇ। ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਸਾਰਾ ਜਿਹੜਾ ਸੰਸਾਰ ਹੈ ਨਾ ਗੁਰਮੁਖੋ, ਇਹ ਆਪਣੇ ਸੁੱਖ ਨੂੰ ਤੇਰੇ ਨਾਲ ਜੁੜਿਆ ਹੋਇਆ। ਜਦੋਂ ਕਿਸੇ ਨੂੰ ਤੇਰੇ ਕੋਲੋਂ ਸੁੱਖ ਮਿਲਣਾ, ਬਗਾਨਾ ਵੀ ਤੇਰਾ ਆਪਣਾ ਹੋ ਜਾਂਦਾ। ਜਿਹੜਾ ਤੈਨੂੰ ਨਹੀਂ ਨਾ ਜਾਣਦਾ, ਦੂਰ ਦਾ ਰਿਸ਼ਤੇਦਾਰ, ਉਹ ਵੀ ਤੈਨੂੰ ਚਾਚਾ ਮਾਮਾ ਕਹਿ ਕੇ ਨੇੜੇ ਹੋਵੇਗਾ, ਕਿਉਂਕਿ ਸੁੱਖ ਤੇਰੇ ਕੋਲੋਂ ਮਿਲਣਾ। ਅਤੇ ਜਦੋਂ ਤੇਰੇ ਕੋਲ ਕੁਝ ਨਾ ਹੋਵੇ, ਉਦੋਂ ਤੇਰੇ ਆਪਣੇ ਜਿਹੜੇ ਸਕੇ ਨੇ, ਭਾਣਜੇ ਭਤੀਜੇ, ਉਹ ਵੀ ਪਿੱਛੇ ਹਟ ਜਾਂਦੇ, ਪਰੇ ਹਟ ਜਾਂਦੇ। ਪੁੱਤਰ ਧੀਆਂ ਪਰੇ ਹਟ ਜਾਂਦੇ, ਮਾਂ ਬਾਪ ਪਰੇ ਹਟ ਜਾਂਦੇ। ਪਾਤਸ਼ਾਹ ਕਹਿਣ ਲੱਗੇ, ਬਚਨ ਇਹ ਹੈ ਕਿ ਸਗਲ ਜਗਤ ਆਪਣੇ ਸੁਖ ਲਾਗਿਓ। ਦੁਨੀਆ ਨੂੰ ਆਪਣਾ ਸੁਖ ਚਾਹੀਦਾ, ਮਿਲ ਗਿਆ ਤੇ ਤੇਰੇ ਨਾਲ ਨੇ, ਨਹੀਂ ਮਿਲਿਆ ਤੇਰੇ ਤੋਂ ਦੂਰ ਨੇ। ਇੱਕ ਮਹਾਤਮਾ ਜੰਗਲ ਵਿੱਚ ਜਾ ਰਹੇ ਸਨ ਅਤੇ ਕਹਿਣ ਲੱਗੇ, ਉਸ ਨੂੰ ਡਾਕੂ, ਇੱਕ ਲੁੱਟਣ ਵਾਲਾ ਚੋਰ ਲੁੱਟਣ ਵਾਸਤੇ ਆ ਗਿਆ। ਮਹਾਤਮਾ ਨੂੰ ਆਖਿਆ ਵੀ ਜੋ ਕੋਈ ਤੇਰੇ ਕੋਲ ਧਨ ਪਦਾਰਥ ਹੈ ਨਾ, ਕੱਢ ਕੇ ਮੈਨੂੰ ਦੇ ਦੇ, ਨਹੀਂ ਤੇ ਤੈਨੂੰ ਕਤਲ ਕਰ ਦਿਆਂਗਾ। ਮਹਾਤਮਾ ਬੜੇ ਗੰਭੀਰ ਸਨ, ਬੜੇ ਉੱਚੇ ਜੀਵਨ ਵਾਲੇ। ਉਹਨਾਂ ਨੇ ਉਸ ਚੋਰ ਦਾ ਭਲਾ ਕਰਨ ਵਾਸਤੇ ਨਾ ਡਾਕੂ ਦਾ ਬਚਨ ਕੀਤਾ। ਕਹਿਣ ਲੱਗੇ, ਮਾਇਆ ਕਾਹਦੇ ਵਾਸਤੇ ਤੂੰ ਸਾਡੇ ਕੋਲੋਂ ਖੋਹਣ ਲੱਗਾ, ਇਹ ਪਾਪ ਕਰਨ ਲੱਗਾ, ਕਿਉਂ ਕਰਦਾ ਪਿਆ? ਅਤੇ ਉਹ ਡਾਕੂ ਕਹਿਣ ਲੱਗਾ ਵੀ ਇਸ ਮਾਇਆ ਨਾਲ ਮੈਂ ਆਪਣੇ ਘਰ ਵਿੱਚ ਲੈ ਕੇ ਜਾਵਾਂਗਾ, ਆਪਣੇ ਪੁੱਤਰਾਂ ਨੂੰ, ਧੀਆਂ ਨੂੰ, ਮਾਂ ਬਾਪ ਨੂੰ, ਸਾਰਿਆਂ ਨੂੰ ਇਹਦੇ ਨਾਲ ਮੈਂ ਸੁੱਖ ਦੇਵਾਂਗਾ। ਮਹਾਤਮਾ ਕਹਿਣ ਲੱਗੇ, ਠੀਕ ਹੈ, ਮਾਇਆ ਤੇ ਤੂੰ ਲੈ ਚੱਲਿਆ, ਪਰਿਵਾਰ ਦੇ ਜੀਆਂ ਨੂੰ ਸੁੱਖ ਦੇਣ ਦਾ ਸੰਕਲਪ ਤੂੰ ਮਨ ਵਿੱਚ ਕਰ ਲਿਆ ਵੀ ਮੈਂ ਸਾਰਿਆਂ ਨੂੰ ਇਸ ਮਾਇਆ ਦਾ ਸੁੱਖ ਦੇਵਾਂਗਾ, ਪਰ ਇਹ ਜਿਹੜੀ ਤੂੰ ਲੁੱਟ ਮਚਾਉਂਦਾ ਪਿਆ, ਪਾਪ ਕਰਦਾ ਪਿਆ, ਇਹਦੀ ਸਜ਼ਾ ਤੈਨੂੰ ਮਿਲਣੀ ਹੈ ਪਰਲੋਕ ਦੇ ਵਿੱਚ। ਕੀ ਤੇਰਾ ਇਹ ਸਜ਼ਾ ਦੇ ਵਿੱਚ ਕੋਈ ਸਾਨੀ ਬਣੇਗਾ, ਕੋਈ ਹਿੱਸੇਦਾਰ ਬਣੇਗਾ, ਪਰਿਵਾਰ ਦਾ ਮੈਂਬਰ ਵੀ ਚੱਲ ਅਸੀਂ ਤੇਰੇ ਨਾਲ ਸਹਾਇਤਾ ਕਰੀਏ? ਤੇ ਡਾਕੂ ਕਹਿਣ ਲੱਗਾ, ਜੀ ਜ਼ਰੂਰ, ਮੇਰਾ ਪਰਿਵਾਰ ਤੇ ਬੜਾ ਚੰਗਾ, ਮੇਰੇ ਤੋਂ ਜਾਨ ਵਾਰਦੇ, ਮੇਰੇ ਨਾਲ ਬੜਾ ਪਿਆਰ ਕਰਦੇ,
जे मेरे ते बिपता का समा बनेगा तो मेरी मदद जरूर करनगे। महात्मा कहन लगे इस तरह नहीं, ये तो गल्लां ने, तू अपने परिवार के मैंबरां कोलों पुछ, असीं इत्थे बैठे होए हां, जांदे नहीं, असीं रब की गवाही पा के ये गल कहंदे हां भी इत्थों असीं जावांगे नहीं, तेरा नुकसान नहीं करांगे। तू अपने परिवार के मैंबरां नूं पुछ कि जे मान लो भी तेरी थां ते कोई मर जावे जां तेरी थां ते कोई लेखा दे देवे ते फिर असीं जाणांगे भी वाकया तेरे मित्र ने, तेरे रिश्तेदार ने, तेरे अपने जी ने। पर जे कोई ना मन्निया तो फिर कहन लगा महात्मा जी इस तरह तो हो ही नहीं ना सकता, मनणगे किवें नहीं, मेरे थां ते तो मरना भी उन्होंने मंजूर कर लेना है। कहन लगे जा फिर अपने घर विच जाके पुछ। तो जदों घरे गया ना अपने पिता नूं जाके पुछया, कहन लगा पिता जी मैं इन्ना पाप करदा, माया इकट्ठी करदा, वेखो तुसीं भी सुख लै रहे हो तो मेरा अंत समा नेड़े आ गया, मैनू कोई महात्मा मिले वो कहंदे तेरी थां ते कोई परिवार का होर मैंबर मर जावे तेरी जिंदगी बच जाएगी। तुसी बजुर्ग हो गए हो, बुढ़े हो गए हो, सारी उम्र तुसी खा पी हंडा लिया, मैं हाले नौजवान हाँ, जे मैं मर गया तो परिवार का गुजारा कौन करेगा। जे तुसी मेरी थां ते शरीर छड्ड दिओ तो चलो ये मैनू उम्र मिल जाएगी, समा मिल जाएगा, मैं परिवार नूं पाल लवांगा। जदों बजुर्ग बाप नूं आख्या तो वह कहन लगा भी जे परिवार नूं पालदा पिया तो किसी ते एहसान थोड़ी करदा, मैं भी अपने बाप नूं पालिया सी, अपने वड्डियां दा मैं भी परवरिश कीती है, हुण तू मेरा पुत्र है, हुण तेरी जिम्मेवारी बनदी है। पर पुत्रा ये उम्रां ते आपू अपनी न लेखे जोखे ते आपू अपने, मैं तेरी थां ते किवें मरां, मेरी भावें थोड़ी रह गई है बहुती रह गई है पर जीवन की इच्छा तो मैनू भी है ना, मेरा भी जी करदा मैं जीवां, मैं क्यों अपने शरीर नूं छड्डां, मैं तेरी थां ते मर नहीं हो सकता। ये परमात्मा ने तेरी जिम्मेवारी लाई है, तेरा फर्ज बनदा, तू सानू पालदा पिया। थोड़ी जी मन में सट वजी, मैं तो बड़ा भरोसा रखिया सी भी मेरी विपता विच मेरा बापू सहाई होवेगा, पर ये तो पल्ला झाड़ के परे हो गया। फिर माँ को चला गया, कहन लगा माँ तू मैनू बड़ा प्यार करदी है, मेरिया नज़रां उतारदी है, मिर्चां वारदी है, बड़े दुख सुख विच मेरे कोल बैठदी है, मेरा दुख वेख के रोन लग पैंदी है। मैनू एक महात्मा मिले, वो कहंदे मेरी उम्र बड़ी थोड़ी रह गई है, मैनू मरना पैना है, पर जे मेरी थां ते तू अपना शरीर छड्डे, तू तो दुनियादारी वेख ली है, बजुर्ग हो गई है, मैनू समा मिलेगा, मैं अगे बच्चों नूं तेरे पोतरियां नूं पाल लवांगा, परिवार नूं पालांगा। तो माँ ने भी यो ही जवाब दिता, कहन लगी पुत्रा उम्र भावें बहुती है तो भावें ज़्यादी है, मरनू जी थोड़ी करदा, मरनू जी तो पशु पंछियां का नहीं करदा, मैनू तो रब ने फिर भी इंसान बनाया, मनुख बनाया, मैं क्यों मरा। ये मरना तो आपकी मौत आपनू ही पैंदा है, अपने कर्मां का हिसाब किताब तो आपनू ही देना पैंदा है, मैं तेरी थां ते किवें मर सकदी हां, मेरा मन भी करदा मैं दुनियादारी देखा। माँ वालों भी निराश हो गया, होर सट मन नूं लगी, मैं सोचिया मेरी माँ मेरी थां ते ये कुछ कर सकती है, जिहड़ी मेरी दुख नूं वेख के जरदी नहीं रोंदी है, निके मोटे दुख तो दिल छड्ड जांदी, घबरा जांदी है, मेरे ते विपता पई ते जरूर सहाई होवेगी। पर माँ ने आख्या भी नहीं तेरी थां ते मरिया नहीं जाना। फिर अपनी घरवाली कोल चला गया, कहन लगा भी गल इस तरह भी पति पत्नी दोने जीवन का पहिया हुंदे ने, गृहस्थ दी गड्डी दोनों के आसरे चलती है, वेख जे मैं मर गया तो तेरे कोलों घल नहीं चलना, क्योंकि मैं कमाई करके लियाउंदा, जे मेरी थां ते तू शरीर छड्ड देवें मैं कमाई करके ले आवांगा, बच्चों की दादी बजुर्ग है, प्रशादा उन्हें बना देना करना, बाकी धी भी अपनी जवान है, कुछ घर का काम वो कर लिया करेगी, घर चलता रहेगा। मेरी थां ते जे तू शरीर छड्ड देवें तो परिवार बच जाएगा। घरवाली ने जवाब दिता, कहन लगी मेरे पति ने तेरे लड़ लाया, मेरे वालों लुट कर, खोह कर, मेहनत कर, मशक्कत कर, दसां नौहां दी कर ते भावें पाप दी कमाई कर, वो मर्जी तेरी है, पर परिवार दीयां जिम्मेवारियां सामणियां तेरा फर्ज बनदा है। पर मैं तेरी थां ते मरा क्यों, मरन तो ते मैनू भी डर लगदा, तेरी थां ते मरिया नहीं जाना, मैं मर नहीं सकदी हाँ, ये काम मेरे कोलों नहीं हुंदा है। होर मन विच निराश होया, मैं तो बड़ी आस रखी है भी ये मेरी थां ते ये मुसीबत झल सकती है, दुख झल सकती है। अपने पुत्र को चला गया, कहन लगा पुत्रा गल यह है भी पुत्र जेड़े ने माँ बाप का सहारा हुंदे, मेरे ते ऐसी विपता पै गई है, मैनू शरीर छड्डना पैना, मेरी थां ते जे तू शरीर छड्ड देवें तो मैं ये जो जिंदगी मैनू मिलेगी तो मैं होर काम कर लवांगा,
ਪਰਿਵਾਰ ਨੂੰ ਪਾਲ ਲਵਾਂਗਾ। ਵੇਖ ਮੈਂ ਤੁਹਾਡੇ ਸਾਰਿਆਂ ਵਾਸਤੇ ਦਿਨੇ ਰਾਤ ਦੌੜਦਾ ਪਿਆ, ਭੱਜ ਨੱਠ ਕਰਦਾ ਪਿਆ, ਤੁਹਾਨੂੰ ਪੜ੍ਹਾਇਆ ਲਿਖਾਇਆ, ਜਵਾਨ ਕੀਤਾ, ਇੰਨੇ ਆਸਾਨ ਤੁਹਾਡੇ ਤੇ ਕੀਤੇ, ਪਰ ਮੇਰੀ ਥਾਂ ਤੇ ਜੇ ਤੂੰ ਆਪਣਾ ਸਰੀਰ ਛੱਡ ਦੇਵੇਂ। ਤੇ ਪੁੱਤਰ ਨੇ ਜਵਾਬ ਦਿੱਤਾ, ਕਹਿਣ ਲੱਗਾ ਬਾਪੂ ਤੂੰ ਇਕੱਲਾ ਹੀ ਥੋੜ੍ਹੀ ਸਾਨੂੰ ਪਾਲਦਾ ਪਿਆ, ਸਾਰੀ ਦੁਨੀਆ ਦੇ ਮਾਂ-ਬਾਪ ਬੱਚਿਆਂ ਨੂੰ ਪਾਲਦੇ, ਪਸ਼ੂਆਂ ਦੇ ਬੱਚੇ ਜਿਹੜੇ ਨੇ ਉਹ ਪਸ਼ੂ ਪਾਲਦੇ ਨੇ, ਪੰਛੀਆਂ ਦੇ ਬੱਚਿਆਂ ਨੂੰ ਪੰਛੀ ਪਾਲਦੇ, ਚੋਗ ਲਿਆ ਕੇ ਮੂੰਹ ਵਿੱਚ ਪਾਉਂਦੇ, ਉਹਨਾਂ ਨੇ ਕਮਾਈ ਥੋੜ੍ਹੀ ਖਾਣੀ ਹੈ ਉਹਨਾਂ ਦੀ। ਪਰ ਇਹਦੇ ਕੁਦਰਤ ਦਾ ਇੱਕ ਨਿਯਮ ਬਣਿਆ, ਇੱਕ ਮਰਿਆਦਾ ਬਣੀ ਹੈ, ਨੀਤੀ ਬਣੀ ਹੈ ਪ੍ਰਮਾਤਮਾ ਦੇ ਵੱਲੋਂ। ਮਾਂ-ਬਾਪ ਦਾ ਫਰਜ਼ ਬਣਦਾ ਬੱਚੇ ਨੂੰ ਪਾਲਣਾ। ਜੇ ਤੂੰ ਸਾਨੂੰ ਪਾਲਦਾ ਹੈ ਤਾਂ ਕੋਈ ਸਾਡੇ ਤੇ ਅਹਿਸਾਨ ਥੋੜ੍ਹੀ ਕਰਦਾ। ਪਰ ਤੇਰੀ ਥਾਂ ਤੇ ਮਰਾਂ ਕਿਉਂ? ਮੈਂ ਤੇ ਹੁਣੇ ਜਵਾਨੀ ਵਿੱਚ ਪੈਰ ਰੱਖਿਆ, ਮੈਂ ਤੇ ਅਜੇ ਦੁਨੀਆਦਾਰੀ ਦੇਖਣੀ ਹੈ, ਪਰ ਮੇਰੇ ਕੋਲ ਮਰਿਆ ਨਹੀਂ ਹੋ ਜਾਣਾ ਤੇਰੀ ਥਾਂ ਤੇ ਫਿਰ ਆਪਣੀ ਲੜਕੀ ਕੋਲ ਚਲਾ ਗਿਆ, ਧੀ ਕੋਲ ਚਲਾ ਗਿਆ, ਕਹਿਣ ਲੱਗਾ ਧੀਏ ਤੂੰ ਮੈਨੂੰ ਬੜਾ ਪਿਆਰ ਕਰਦੀ ਹੈ, ਤੂੰ ਵੇਖ ਅਗਲੇ ਘਰੇ ਜਾਣਾ, ਇਸ ਘਰੋਂ ਤੇਰਾ ਨਾਤਾ ਟੁੱਟ ਜਾਣਾ ਤੇ ਫਿਰ ਵੀ ਹੈ। ਜੇ ਤੂੰ ਅਗਲੇ ਘਰੇ ਜਾਣ ਦੀ ਬਜਾਏ ਤੂੰ ਸਰੀਰ ਹੀ ਛੱਡ ਦੇਵੇਂ, ਦੁਨੀਆ ਹੀ ਛੱਡ ਦੇਵੇਂ ਮੇਰੀ ਥਾਂ ਤੇ ਮੈਨੂੰ ਜ਼ਿੰਦਗੀ ਮਿਲੇਗੀ, ਪਰਿਵਾਰ ਦਾ ਗੁਜ਼ਾਰਾ ਕਰਾਂਗਾ। ਧੀ ਨੇ ਵੀ ਅੱਗੋਂ ਜਵਾਬ ਦਿੱਤਾ, ਨਹੀਂ ਮੇਰੇ ਕੋਲ ਇਹ ਕੁਝ ਨਹੀਂ ਹੋ ਸਕਦਾ। ਸਾਰਿਆਂ ਤੋਂ ਜਵਾਬ ਸੁਣ ਕੇ ਤੇ ਨਿਰਾਸ਼ ਹੋ ਕੇ ਫਿਰ ਮਹਾਤਮਾ ਦੇ ਕੋਲ ਆ ਗਿਆ। ਉੱਥੇ ਬੈਠੇ ਜੰਗਲ ਦੇ ਵਿੱਚ ਮਹਾਤਮਾ ਕਹਿਣ ਲੱਗੇ ਪਾਪ ਕਿਸ ਵਾਸਤੇ ਕਰਦਾ? ਕਹਿੰਦੇ ਪਰਿਵਾਰ ਨੂੰ ਪਾਲਣ ਵਾਸਤੇ ਕਰਦਾ ਸੀ। ਪਰ ਕਹਿੰਦੇ ਹੁਣ ਪਰਿਵਾਰ ਨੇ ਕੀ ਜਵਾਬ ਦਿੱਤਾ? ਕਹਿਣ ਲੱਗੇ ਜੋ ਮੇਰੀ ਥਾਂ ਤੇ ਨਾ ਮੇਰਾ ਪਾਪ ਵੰਡਾਉਣ ਨੂੰ ਤਿਆਰ ਨੇ, ਨਾ ਮੇਰੀ ਥਾਂ ਤੇ ਉਹ ਮਰਨ ਨੂੰ ਤਿਆਰ। ਸਤਿਗੁਰਾਂ ਦਾ ਗੁਰਬਾਣੀ ਦਾ ਬਚਨ ਹੈ, ਬਹੁਤ ਪਰਪੰਚ ਕਰ ਪਰ ਧਨ ਲਿਆਵੈ। ਪਰਪੰਚ ਤੋਂ ਭਾਵ ਹੁੰਦਾ ਠੱਗੀ ਮਾਰਨੀ, ਧੋਖਾ ਕਰਨਾ, ਵੱਲ ਕਰਨਾ, ਛਲ ਕਰਨਾ। ਬਾਹਰ ਜਾ ਕੇ ਬੰਦਾ ਬੜੀ 420 ਕਰਦਾ ਦੁਨੀਆ ਦੇ ਨਾਲ। ਬਹੁਤ ਪਰਪੰਚ ਕਰ, ਸੰਸਾਰ ਵਿੱਚ ਵਿਚਰ ਕੇ ਘੁੰਮ ਫਿਰ ਕਰਕੇ ਇਧਰੋਂ ਝੂਠ ਬੋਲ, ਉਧਰ ਸੱਚ ਬੋਲ, ਇਧਰੋਂ ਹੀਰਾ ਫੇਰੀ ਕਰ, ਠੱਗੀ ਮਾਰ, ਪਰ ਧਨ ਲਿਆਵੈ। ਪਰਾਏ ਧਨ ਨੂੰ ਠੱਗ ਕੇ ਲਿਆਉਂਦਾ, ਖੋ ਕੇ ਲਿਆਉਂਦਾ ਹੈ। ਸੁੱਤ ਦਾਰਾ ਪਹਿਆਨ ਲਟਾਵੈ। ਉਹ ਜਿਹੜੀ ਮਾਇਆ ਇਕੱਠੀ ਕੀਤੀ ਕਾਹਦੇ ਵਾਸਤੇ? ਪੁੱਤਰ ਨੂੰ ਆ ਕੇ ਦਿੰਦਾ, ਲੈ ਪੁੱਤਰਾ ਜਿੰਨੀ ਮਰਜ਼ੀ ਖਰਚ ਮੌਜ ਕਰ, ਮੇਰੇ ਹੁੰਦਿਆਂ ਫਿਕਰ ਨਾ ਕਰੀ। ਇਹ ਨਹੀਂ ਵੀ ਉਹ 10 ਨੌਵਾਂ ਦੀ ਕਮਾ ਕੇ ਲਿਆਇਆ ਠੱਗੀ ਮਾਰ ਕੇ ਹੈ। ਠੱਗੀ ਦੀ ਮਾਇਆ ਪੁੱਤਰ ਨੂੰ ਦੇ ਕੇ ਕਹਿੰਦਾ ਪੁੱਤਰਾ ਨਜ਼ਾਰਾ ਲੈ, ਮੇਰੇ ਹੁੰਦਿਆਂ ਫਿਕਰ ਨਾ ਕਰ। ਸੁੱਤ ਦਾਰਾ ਪਹਿਆਨ ਲਟਾਵੈ। ਪਹਿਲਾਂ ਪੁੱਤਰ ਨੂੰ ਕੋਈ ਦਿੱਤਾ, ਫਿਰ ਕੁਝ ਘਰ ਵਾਲੀ ਨੂੰ ਦੇ ਦਿੱਤਾ, ਕਹਿਣ ਲੱਗਾ ਲੈ ਤੂੰ ਵੀ ਸੂਟ ਬਣਾ ਲਾ, ਗਹਿਣਾ ਗੱਟਾ ਬਣਾ ਲਾ, ਮੌਜ ਕਰਿਆ ਕਰ, ਰਾਣੀ ਬਣ ਕੇ ਰਿਹਾ ਕਰ, ਮੇਰੇ ਹੁੰਦਿਆਂ ਫਿਕਰ ਨਾ ਕਰਿਆ ਕਰ, ਮੈਂ ਬੜੀਆਂ ਕਮਾਈਆਂ ਕਰਨੀਆਂ ਜਾਣਦਾ। ਸੁੱਤ ਦਾਰਾ ਪਹਿਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ। ਸਤਿਗੁਰੂ ਕਹਿੰਦੇ ਭੁੱਲਿਆ ਮਨਾ ਦੁਨੀਆ ਨਾਲ ਛਲ ਨਾ ਕਰ, ਕਿਉਂ? ਅੰਤ ਨਬੇੜਾ ਤੇਰੇ ਜੀ ਪਹਿਲੀਜੈ। ਅੰਤ ਨੂੰ ਨਬੇੜਾ ਤੇਰੇ ਕੋਲੋਂ ਰੱਬ ਨੇ ਮੰਗਣਾ ਵੀ ਤੂੰ ਦੱਸ ਪਾਪ ਦੀ ਕਮਾਈ ਜਿੱਥੋਂ ਕੀਤੀ ਹੈ ਲਿਆ ਲੇਖਾ ਦੇ। ਉੱਥੇ ਤੂੰ ਇਹ ਨਹੀਂ ਕਹਿ ਸਕਣਾ ਜੀ ਪੁੱਤਰਾਂ ਨੂੰ ਮੈਂ ਨਜ਼ਾਰੇ ਦਿੱਤੇ, ਪਰਿਵਾਰ ਨੂੰ ਨਜ਼ਾਰੇ ਦਿੱਤੇ, ਨਹੀਂ, ਉਹਨਾਂ ਦਾ ਲੇਖਾ ਤੇ ਵੱਖਰਾ ਹੋਵੇਗਾ। ਪਰ ਜਿਹੜਾ ਤੂੰ ਕਰਮ ਕਰਕੇ ਆਇਆ ਉਹਦਾ ਹਿਸਾਬ ਤੈਨੂੰ ਦੇਣਾ ਪਵੇਗਾ। ਇਹ ਸਤਿਗੁਰਾਂ ਦੀ ਗੁਰਬਾਣੀ ਦਾ ਫਰਮਾਨ ਹੈ। ਮਹਾਤਮਾ ਦੇ ਕੋਲ ਆ ਕੇ ਰੋਣ ਲੱਗ ਪਿਆ, ਕਹਿੰਦਾ ਜੀ ਮੇਰੀ ਥਾਂ ਤੇ ਨਾ ਕੋਈ ਦੁੱਖ ਵੰਡਾਉਣ ਨੂੰ ਤਿਆਰ ਹੈ, ਨਾ ਕੋਈ ਪਾਪ ਵੰਡਾਉਣ ਨੂੰ ਤਿਆਰ ਹੈ, ਨਾ ਕੋਈ ਮਰਨ ਵਾਸਤੇ ਤਿਆਰ ਹੈ। ਤੇ ਮਹਾਤਮਾ ਕਹਿਣ ਲੱਗੇ ਜਦੋਂ ਤੇਰੀ ਥਾਂ ਤੇ ਤੇਰਾ ਦੁੱਖ ਵੰਡਾਉਣ ਨੂੰ ਤਿਆਰ ਕੋਈ ਨਹੀਂ, ਫਿਰ ਇਹਨਾਂ ਵਾਸਤੇ ਕਿਉਂ ਪਾਪ ਕਰਦਾ, ਕਿਉਂ ਡਾਕੇ ਮਾਰਦਾ, ਕਿਉਂ ਚੋਰੀਆਂ ਕਰਦਾ, ਕਿਉਂ ਠੱਗੀਆਂ ਕਰਦਾ? ਅੰਤ ਵੇਲੇ ਤੇਰੇ ਨਾਲ ਕਿਸੇ ਨੇ ਨਹੀਂ ਨਿਭਣਾ। ਇਹ ਬੰਦਿਆ ਸਮਝ ਲੈ, ਇਸ ਕਰਮ ਦਾ ਫਲ ਤੈਨੂੰ ਆਪ ਭੋਗਣਾ ਪੈਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਗਲ ਜਗਤ ਆਪਣੇ ਸੁਖ ਲਾਗਿਓ। ਦੁਨੀਆ ਸਾਰੀ ਆਪਣੇ ਸੁਖ ਕਰਕੇ ਤੇਰੇ ਨਾਲ ਜੁੜੀ ਹੈ। ਇੱਕ ਦਿਨ ਕਿਸੇ ਨੂੰ ਕਹਿ ਦੇ ਕਿ ਜਾ ਮੇਰੀ ਥਾਂ ਤੇ ਤੂੰ ਸਰੀਰ ਛੱਡ ਦੇ ਤੇ ਉਹ ਤੇਰੇ ਨਾਲ ਝਗੜਾ ਕਰੇਗਾ। ਇੱਕ ਦਿਨ ਕਿਸੇ ਨੂੰ ਕਹਿ ਦੇ ਵੀ ਮੇਰੀ ਥਾਂ ਤੇ ਤੂੰ ਬਿਮਾਰੀ ਲੈ ਲੈ ਮੇਰੇ ਸਰੀਰ ਦੀ, ਉਹ ਤੇਰੇ ਨਾਲ ਝਗੜਾ ਕਰੇਗਾ। ਕਿਉਂਕਿ ਦੁਨੀਆ ਆਪਣੇ ਸੁੱਖ ਕਰਕੇ ਤੇਰੇ ਨਾਲ ਜੁੜੀ ਹੋਈ ਹੈ। ਇਹ ਨਾ ਸਮਝੀ ਵੀ ਉਹ ਤੇਰੇ ਨੂੰ ਡਾਢਾ ਪਿਆਰ ਅੰਦਰੋਂ ਕਰਦੇ। ਇਹ ਜਗ ਮੀਤ ਨਾ ਦੇਖਿਓ ਕੋਈ, ਸੰਸਾਰ ਵਿੱਚ ਕੋਈ ਵੀ ਤੇਰਾ ਮਿੱਤਰ ਨਹੀਂ। ਸਾਰੀ ਦੁਨੀਆ ਆਪਣੇ ਸੁੱਖ ਕਰਕੇ ਤੇਰੇ ਨਾਲ ਜੁੜੀ ਹੋਈ ਹੈ। ਦੁੱਖ ਮੈਂ ਸੰਗ ਨਾ ਹੋਈ, ਦੁੱਖ ਦੇ ਵੇਲੇ ਤੇਰੇ ਸੰਗੀ ਨਹੀਂ ਕਿਸੇ ਨੇ ਬਣਨਾ। ਰੱਬ ਨਾ ਕਰੇ ਤੇਰੇ ਤੇ ਕੋਈ ਵਿਪਤਾ ਪੈ ਜਾਵੇ, ਕੋਈ ਸੰਕਟ ਪੈ ਜਾਵੇ, ਤੇ ਦੁੱਖ ਦੇ ਸਮੇਂ ਤੇਰਾ ਕੋਈ ਆਪਣਾ ਨਹੀਂ ਬਣੇਗਾ। ਸਾਰਿਆਂ ਨੇ ਪਰੇ ਹੋ ਜਾਣਾ ਕਿ ਇਹਦੇ ਕੋਲੋਂ ਬਚਾਅ ਕਰੋ ਜਿੰਨਾ ਹੋ ਸਕਦਾ। ਆ ਪਿੱਛੇ ਜੇ ਬੜੀ ਭਿਆਨਕ ਬਿਮਾਰੀ ਨੇ ਆਪਣਾ ਜ਼ੋਰ ਪਾਇਆ ਨਾ, ਤੇ ਜਿੰਨਾ ਉਹਨੂੰ ਬਿਮਾਰੀ ਹੋਈ ਆਪਣੇ ਰਿਸ਼ਤੇਦਾਰ ਖਾਸ ਜਿਹੜੇ
जन्म देने वाले, पालन वाले, सांभण वाले, वो भी परे हो गए, पासे हो गए भी इहदी बीमारी नाल असीं क्यों मरीए। तो कई विचारे इस तरह तड़फ तड़फ के मर गए। डर ही दुनिया इन्ना गई कि जिथे उन्हां दी मदद करनी सी, मदद तो परे हो गए। ये बीमारी सानू भी ना लै जावे। कई इस तरह ही डर के मर गए, तो कई हॉस्पिटल दे विच गए हुए उत्थे ही डर के मर गए। वो डर ही इन्ना गया भी सानू हुण इत्थों बाहर नहीं जाना मिलना, अपने डर दे नाल ही वो मर गए। कहन लगे भाई दुख मैं संग ना होई, ये तेरे सामने परमात्मा ने तेनू विखा दिता है, बंदे ते बिपता ना पवे। जे किते पै गई कोई भी तेरे नाल खड़न वाला नहीं, सारे अपनी जान बचाउण नूं पहल दिंदे। कोई भी ऐसी मुसीबत विच अपनी जान गवाउण नूं तैयार नहीं है। दुख मैं संग ना होई, कोई भी दुख दे विच तेरा संगी नहीं हुंदा है। राव दारा मीत पूत संबंधी। सतगुरु पातशाह महाराज जी ने कुछ रिश्तेदारियां दा भी जिक्र किया। ये कोई मता सोचे भी महाराज ने दूर दे रिश्तेदारां नूं गल कही है, जिहड़े अंगली संगली गांह दी गांह लगदे भी वो साडा साथ नहीं देणगे। इत्थे सक्के रिश्तेदारां दी गल कीती है। सारियां तो पहला महाराज कहंदे दारा, दारा नाम इस्त्री दा, घर वाली दा, जिन्हों विआह के लिआंदा है। रब ना करे तेरे ते दुख पै जावे, घर वाली ने छड्ड के परे हो जाना, दूर हो जाना है। जां घर वाली ते विपता पै जावे, संकट पै जावे, कोई बीमारी लग जावे तो घर वाला छड्ड के उसनूं परे हो जांदा, दूर हो जांदा है। पति पत्नी का रिश्ता भावें किन्ना भी नेड़े दा, पर जे एक ते विपता पई, कोई बीमारी कोई दुख आ गया तो दूजा उसनूं छड्ड के परे हो जांदा है। सतगुरु पातशाह कहन लगे दारा नाम इस्त्री दा भाई, इस्त्री मर्द नूं छड्ड दिंदी है, मर्द इस्त्री नूं छड्ड दिंदा है। ऐसी हालत हो जाती है। मतलबी लोकां दी गल है, सारियां दी नहीं। जिहड़े लोग मौका परस्त हुंदे, मतलबी हुंदे, बस मतलब निकल गया ठीक है, ये मरदा मरे, जिउंदा जिउवे। गुरमुख भी हुंदे दुनिया में, जिहड़ी सारी उम्र साथ नहीं छड्डदे, उन्हां दी गल अलहदा है। पर इत्थे मनमुखां दी गल महाराज करदे, इत्थे गुरमुखां दी गल नहीं है। कहन लगे मनमुख लोग जिहड़े ने, इस्त्री मर्द ते मर्द इस्त्री नूं छड्ड दिंदा बिपता दे समय। दूजा बचन आ गया मीत नाम मित्रां दा, जिहड़े रोज़ इहदे नाल प्याली खड़काउंदे सन, शाम नूं ठेके ते जाके बैठदे सन, बड़ियां इहदे नाल प्यार मुहब्बत दीयां गल्लां करदे। उन्हां मित्रां ने भी जदों वेखिया ना भी इहदे ते बिपता पै गई है, वो सारे छड्ड के परे हो गए। सतगुरां दा बचन है। कहन लगे कामन रूप कामन लोड़ै सोइना रूपा, मित्र लोड़ेण सो खाधा था। मित्र तां ही है जे उन्होंने तुसीं खवाउंदे पिआउंदे हो। किसी मित्र नूं नाल लै जाओ, बाजार दे विच खिलाओ पिलाओ, वो तुहाडे नाल बड़ियां चंगियां गल्लां करेगा, कल नूं भी तुहानूं मिलेगा, परसों भी आके मिलेगा, रोज़ ही आके मिलेगा। तुसीं खवाउंदे पिआउंदे पए हो, तो जिस दिन तुसीं उहदे कोलों कुछ मंग लिया तो उन्हें कहना मेरे कोल तो टाइम ही है नहीं तैनूं मिलण दा, मैं तो दूर ही चला गया। इस तरह की हालत बन जाती है। कहन लगे सक्के मित्र, खास मित्र जिहड़े ने विपता दे समय वो भी छड्ड के परे हो गए, नेड़े नहीं खलोते। दारा मीत पूत, तीजा बचन महाराज ने वरत्या पुत्र दा। कहन लगे समा इहो जिहा आउंदा है, कई बारी पुत्र भी माँ बाप नूं छड्ड के परे हो जांदे। दुख का समा पै गया। तो जे कलयुग की गल करिए न, तो अज दे बच्चे तो है ही इस तरह के बन गए। कलयुग का पहरा बड़ा हो गया, मनमुखताई वध गई है। मन दे विच ना दया रह गई, ना प्यार रह गया, ना सत्कार रह गया। बिरध आश्रम बन गए, बुढ़ियां दे रहन वाली जगह, रहन वाला टिकाणा। तो वो फिर बच्चों ने जिउंदे ही छड्ड दिता ना माँ बाप नूं। जिस माँ ने पालिया, जन्म दिता, इहदे मल मूत्र नूं धोता, इहदे हत्थीं बुरकियां मूँह विच पा पा के जवान किया, पढ़ाया लिखाया, इन्ना कुछ किया, उस माँ नूं चुक के आश्रम दे विच सुੱਟ आंदा, बाप नूं चुक के सुੱਟ आंदा। कहन लगे पुत्र भी कलयुग दे इसे तरह दे ने। कुछ पुत्र वो ने जिहड़े चंगे ने, माँ बाप नूं प्यार करदे, दिने रात कोल बैठदे, दुख सुख करदे, गल्लां बातां करदे, हर वेले नाल रहिंदे। पर इत्थे उन्हां दी गल है जिहड़े मौका परस्त ने। महाराज कहन लगे पुत्र भी इस तरह दे ने कलयुग दे विच कि माँ बाप नूं जिउंदियां ही छड्ड जांदे, परे कर दिंदे। जां इस तरह का इन्हां दे मन विच घमंड आ गया, हंकार आ गया कि ये बेबे बापू घट पढ़े लिखे, जां पिंड दे रहन वाले, इन्हां नूं बहुता चंगी सोसाइटी विच रहना बहना नहीं आउंदा, गलबात करनी नहीं आउंदी है। ये जदों असीं किते जांदे आ, बहुते पढ़े लिखे लोगों के कोल, बहुते माया धारियां दे कोल इन्हां नूं नाल लैके जाना पैंदा, साडी उत्थे टौर विच फर्क पै जांदा।
इस तरह की विचार भी बन जाती है, इस तरह के ख्याल भी पैदा हो जाते। मैं बड़ा पढ़ लिख गया, बड़ा हाई फाई सोसाइटी में रहन लग पिया, पर रहिंदा किन्हां दे करके है, जे माँ बाप ने पढ़ाया तो तां ही रहन लग पिया ना, जे पढ़ाउंदे ना तो फिर कित्थों तक किवें तू पहुँच जांदा। पर यह सोच बन गई, हंकार आ गया मन दे विच भी ये माँ बाप मेरे नाल रहणगे तो हो सकदा मेरी टौर विच फर्क पवेगा, मेरे वड्डे पुणे विच फर्क पै जावेगा। जां ये बापू जां बेबे रात नूं उठ के खंघां लग पैंदे, रात नूं उठ के तुरे फिरदे बड़ा दुख दिंदे, मैं नौकरी ते जाना, मैनूं आराम करन नूं समा नहीं मिलदा है। उन्हां बजुर्गां दी ते वो मजबूरी है, कोई बीमारी लगी है, कोई दुख लगा, कोई चिंता लगी, कोई परेशानी है, तो वो बेचारे मजबूरी वास्ते कर्म करते पे। पर पुत्र आखदा भी चंगा नहीं लगता, चुके आश्रम दे विच सुट के आओ, मैनू चैन दी नींद चाहिदी है। कहन लगे इस तरह की हालत, एक बापू बीमार हो गया बजुर्ग, तो वो मुंडे उहदे ने चुक लिया मोढे दे उपर, चल तैनू जंगल दे विच किते सुट के आवां। नाल अपने पुत्र नूं भी लै लिया। जदों लैके पानी दे कोल गया ना सुटन वास्ते, तो उस वेले बापू नूं चला के सुटन लगा, तो पुत्र ने आवाज़ दी, कहन लगा बापू इस नूं चला के दूर सुट, क्योंकि उरले पासे मैं तैनूं सुटना है। जदों मैं भी वड्डा होवांगा ना, जिवें तू बापू नूं गांह पानी विच डूंघे विच सुटन लगा, मैं भी वड्डा होना, तू भी बुढ़ा हो जाना, तो फिर तैनूं भी इत्थे सुट के जावांगा। बापू ते पुत्र दोने इकट्ठे ही इत्थे बैठे रहो। जदों ये गल पुत्र कोलों सुनी तो फिर जाके होश आई भी हालत तो मेरी भी इहो ही होनी है जिहो जी मैं अज करदा पिया। सतगुरु पातशाह कहन लगे कलयुग दे विच पुत्र इस तरह का बन गया, माँ बाप नूं घरों कढ़ दिंदा है, मित्र इहो जिहा बन गया खा पी के छड्ड के परे हो जांदे, मर्द ते इस्त्री पति पत्नी इहो जिहा बन गए कि निक्का जिहा संकट पै गया तो एक दूजे नूं छड्ड के परे हो गए, किसी ने चुगली ला दी चुकना दे दी तां भी छड्ड के परे हो गए। सतगुरु पातशाह कहन लगे सगल जगत अपने सुख लागेओ, ये सारी दुनिया अपने सुख नाल ही पाई लगी हुई है, जिन्ना चिर सुख देंदे उन्ना चिर ठीक है। दारा मीत पूत संबंधी, संबंधियां तो भाव रिश्तेदार, रिश्तेदार विच सारे ही आ जाते, भावें मामा चाचा ताया नाना जो भी है, ये जिन्ने भी रिश्तेदार ने ये सारे सुख करके तेरे नाल जुड़े हुए हैं। सगरे धन स्यों लागे, महाराज कहन लगे धन करके भाई तेरे नाल जुड़े ने, तेरे कोल अज माया बहुती है ना, सारे तेरे अपने आ के बननगे, तेरे नाल फोटोआं खिचाउणगे, तेरे नाल बड़ी हमदर्दी विखाउणगे भी तू बड़ा चंगा, असीं तेरे बिना रह नहीं सकते, लंघदा टपदा जरूर आया कर, घरे चाह पानी पी के जाया कर, क्योंकि तेरे कोल धन है। जिदन तेरे कोलों धन चला गया इन्हां ने तेरे घर आया भी दरवाज़ा नहीं खुलना, आखना भी असीं ते घरे ही है नहीं, नौकरां नूं कह दिता जांदा अंदरों आवाज़ दे दे भी मालक ते घरे ही नहीं गा हैगा। महाराज कहन लगे भाई ये सारी दुनिया जिहड़ी है ना ये लगी हुई है धन दे करके, जे धन कोल है तो सारे अपने ने, धन कोल नहीं तो अपने बेगाने हो जाते हैं। जब निर्धन देखो नरको संग छाड़ सब भागे। पातशाह कहन लगे जदों निर्धन वेखदे ने ना भी इहदे कोल हुण माया नहीं रह गई, इहदे कोल धन नहीं रह गया, तो सारे संग छड्ड के भज जाते। जब ही नर धन देखियो नरको, निर्धन जदों वेख लिया भी ये कोल माया नहीं है, दुनिया में बहुतियां रिश्तेदारियां माया करके ही ने, वड्डी गड्डी है वड्डा घर है तो राह जांदा भी तुहाडा मित्र बन जांदा नहीं है, कुछ साइकिल ते जांदे पे अपना भी परे नूं मूँह कर लैंदा है। पातशाह कहन लगे कि ये जिहड़ी दुनिया है जब ही निर्धन देखियो नरको, जदों वेखदे भी ये कोल कुछ नहीं है, संग साथ सब भागे, सो संग छाड़ सब भागे, साथ छड्ड के सारे भज गए परे हो गए। निर्धन आदर कोई ना दे, महाराज दा बचन है, जे कोल पैसा नहीं ना हैगा गरीब है उन्होंने कोई सत्कार नहीं दिंदा, ना कोई बाहर दिंदा ना कोई घरे दिंदा है, घरे भी उसनूं ओए तोए करके बोल दे ते बाहर भी उसका अद्धा नाम ही लिया जाता है। माया कोल नहीं है तो बाहर भी अद्धा नाम लेंदे, जे माया कोल है तो निक्के जे नाम नूं भी वड्डा विशेष करके उहदे अगे बड़ा कुछ लाया जाता है, श्रीमान जी सरदार जी फलाना जी ढिमकड़ा जी, उहदे मगर भी गोतां जातां बुलाईयां जांदियां क्योंकि धन कोल है। जे धन कोई नहीं तो वह राम तो रामू बन जाता है, वह नाम अद्धा हो जाता क्योंकि धन कोल नहीं है ना। महाराज कहन लगे निर्धन आदर कोई ना दे, निर्धन बंदे नूं कोई सत्कार नहीं दिंदा, भावें वह बेचारा किन्ना भी यतन करे, किन्नी भी मदद करे, किन्ना भी वह दुख विपता विच काम आवे,
ਪਰ ਉਹ ਨਿਰਧਨ ਹੈ ਭਾਈ, ਉਹਦਾ ਕੋਈ ਸਤਿਕਾਰ ਮਾਨ ਨਹੀਂ ਕਰਦਾ ਹੈ। ਨਿਰਧਨ ਆਦਰ ਕੋਈ ਨਾ ਦੇ, ਕੋਈ ਨਹੀਂ ਸਤਿਕਾਰ ਦਿੰਦਾ। ਜੇ ਮਾਇਆ ਕੋਲ ਹੈ ਤੇ ਸਾਰੇ ਸਤਿਕਾਰ ਮਾਣ ਦਿੰਦੇ। ਕਹਿੰਦੇ ਇੱਕ ਸ਼ਾਹੂਕਾਰ ਬਾਜ਼ਾਰ ਵਿੱਚ ਚਲਾ ਗਿਆ ਘੋੜੇ ਤੇ ਚੜ੍ਹ ਕੇ, ਤੇ ਸ਼ਾਹੂਕਾਰ ਨੂੰ ਸਾਰੇ ਸਲਾਮ ਕਰਨ, ਨਮਸਕਾਰ ਕਰਨ, ਸਤਿ ਸ੍ਰੀ ਅਕਾਲ ਬੁਲਾਉਣ, ਫਤਿਹ ਜਕਾਰਾ ਸਾਂਝਾ ਕਰਨ। ਤੇ ਉਹ ਸ਼ਾਹੂਕਾਰ ਅੱਗੋਂ ਇਹ ਗੱਲ ਕਹਿ ਦਿਆ ਕਰੇ ਵੀ ਮੈਂ ਕਹਿ ਦਿਆਂਗਾ। ਜਦੋਂ ਕੋਈ ਨਮਸਕਾਰ ਕਰੇ ਸ਼ਾਹੂਕਾਰ ਆਖੇ ਮੈਂ ਕਹਿ ਦਿਆਂਗਾ, ਲੋਕਾਂ ਨੂੰ ਬੜਾ ਗੁੱਸਾ ਆਉਣਾ ਵੀ ਅਸੀਂ ਨਮਸਕਾਰ ਇਹਨੂੰ ਕਰਦੇ ਹਾਂ, ਇਹ ਆਖਦਾ ਮੈਂ ਕਹਿ ਦਿਆਂਗਾ, ਪਤਾ ਨਹੀਂ ਇਹਨੇ ਕਿਹਨੂੰ ਜਾ ਕੇ ਕਹਿਣਾ। ਇੱਕ ਦਿਨ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਸ਼ਾਹੂਕਾਰ ਨੂੰ ਘੇਰ ਹੀ ਲਿਆ, ਕਹਿਣ ਲੱਗੇ ਵੀ ਨਮਸਕਾਰ ਅਸੀਂ ਤੈਨੂੰ ਕਰਦੇ ਹਾਂ, ਫਤਿਹ ਜਕਾਰਾ ਤੇਰੇ ਨਾਲ ਸਾਂਝਾ ਕਰਦੇ ਹਾਂ, ਤੂੰ ਅੱਗੋਂ ਜਵਾਬ ਦਿੰਦਾ ਕੋਈ ਨਹੀਂ, ਅੱਗੋਂ ਇਹ ਗੱਲ ਕਹਿ ਛੱਡਦਾ ਵੀ ਮੈਂ ਕਹਿ ਦਿਆਂਗਾ। ਇਹ ਤੂੰ ਦੱਸ ਵੀ ਕਿਹਨੂੰ ਕਹਿ ਦੇਂਗਾ, ਸਾਨੂੰ ਇਹਦਾ ਜਵਾਬ ਦੇ। ਤੇ ਸ਼ਾਹੂਕਾਰ ਨੇ ਜਵਾਬ ਦਿੱਤਾ, ਕਹਿਣ ਲੱਗਾ ਨਮਸਕਾਰਾਂ ਤੁਸੀਂ ਮੈਨੂੰ ਥੋੜ੍ਹੀਆਂ ਕਰਦੇ, ਤੁਸੀਂ ਨਮਸਕਾਰਾਂ ਕਰਦੇ ਹੋ ਮੇਰੀ ਮਾਇਆ ਨੂੰ, ਮੇਰੀ ਧਨ ਨੂੰ, ਮੇਰੀ ਦੌਲਤ ਨੂੰ ਨਮਸਕਾਰ ਕਰਦੇ ਜੇ। ਮੇਰੇ ਕੋਲ ਮਾਇਆ ਤੇ ਮੈਂ ਸ਼ਾਹੂਕਾਰ ਘੋੜੇ ਤੇ ਚੜ੍ਹ ਕੇ ਆਉਂਦਾ, ਤੁਸੀਂ ਨਮਸਕਾਰ ਕੀਤੀ ਹੈ। ਮੈਂ ਗਰੀਬ ਹੁੰਦਾ ਜਾਂ ਕੋਈ ਮਿਹਨਤ ਕਰਨ ਵਾਲਾ ਪੱਲੇਦਾਰ ਹੁੰਦਾ, ਮਜ਼ਦੂਰ ਹੁੰਦਾ, ਫਿਰ ਤੁਸੀਂ ਮੈਨੂੰ ਨਮਸਕਾਰ ਥੋੜ੍ਹੀ ਕਰਨੀ, ਫਿਰ ਤੁਸੀਂ ਉਹ ਇਹ ਕਹਿ ਕੇ ਬੁਲਾਉਣਾ ਸੀ। ਤੁਸੀਂ ਮੈਨੂੰ ਨਮਸਕਾਰ ਤਾਂ ਕਰਦੇ ਪਏ ਮੇਰੇ ਕੋਲ ਧਨ ਹੈ, ਮੈਂ ਤੁਹਾਨੂੰ ਤਾਂ ਇਹ ਗੱਲ ਕਹੀ ਹੈ, ਮੈਂ ਆਪਣੀ ਮਾਇਆ ਨੂੰ ਜਾ ਕੇ ਘਰੇ ਦੱਸ ਦਿਆਂਗਾ ਵੀ ਫਲਾਣਾ ਬੰਦਾ ਤੈਨੂੰ ਨਮਸਕਾਰਾਂ ਕਰਦਾ ਸੀ। ਇਹ ਨਮਸਕਾਰਾਂ ਮੈਨੂੰ ਨਹੀਂ ਮਾਇਆ ਨੂੰ ਹੋ ਰਹੀਆਂ, ਤਾਂ ਮੈਂ ਆਖਦਾ ਸੀ ਵੀ ਮੈਂ ਜਾ ਕੇ ਕਹਿ ਦਿਆਂਗਾ ਵੀ ਤੁਸੀਂ ਮਾਇਆ ਧਨ ਨੂੰ ਹੀ ਸਲਾਮ ਕਰਦੇ ਹੋ, ਮੈਂ ਧਨ ਨੂੰ ਜਾ ਕੇ ਦੱਸ ਦਿਆਂਗਾ ਵੀ ਭਾਈ ਫਲਾਣਾ ਤੈਨੂੰ ਨਮਸਕਾਰਾਂ ਕਰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਇਹ ਸੰਗ ਸਾਥ ਸਭ ਭਾਗੇ, ਜਦੋਂ ਬਿਪਤਾ ਪੈਂਦੀ ਸਾਰੇ ਛੱਡ ਕੇ ਦੌੜਦੇ ਹਨ। ਕਹੋ ਕਹਾ ਜਾਂ ਮਨ ਬੌਰੇ ਕੋ ਇਨਸਿਓ ਨੇ ਹੂ ਲਗਾਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਝੱਲੇ ਮਨ ਨੂੰ ਕੀ ਕਹੀਏ, ਮਨ ਝੱਲਾ ਹੋ ਗਿਆ ਨਾ। ਝੱਲਾ ਕਹਿੰਦੇ ਕਮਲਾ, ਕਮਲੇ ਨੂੰ ਜਿੰਨਾ ਮਰਜ਼ੀ ਸਮਝਾ ਲਓ ਪਰ ਕਮਲੇ ਨੇ ਸ਼ਰਾਬਪੁਣਾ ਹੀ ਕਰਨਾ, ਉਹਨੇ ਕਮਲੀਆਂ ਗੱਲਾਂ ਕਰਨੀਆਂ, ਕਮਲੇ ਕੰਮ ਕਰਨੇ। ਕਮਲੇ ਨੂੰ ਸਮਝਾਇਆ ਤੇ ਬੜਾ ਹੈ, ਪਰ ਜਦੋਂ ਕਮਲੇ ਨੇ ਕੰਮ ਕਰਤੂਤ ਕਰਨੀ ਹੈ ਉਹਨੇ ਗਲਤੀ ਕਰਨੀ ਹੈ। ਮਹਾਰਾਜ ਕਹਿੰਦੇ ਮਨ ਵੀ ਕਮਲਾ ਝੱਲਾ ਹੀ ਹੈ ਭਾਈ, ਸਮਝਾਇਆ ਤੇ ਬੜਾ ਇਹਨੂੰ ਵੀ ਰਿਸ਼ਤੇਦਾਰ ਨਾਲ ਨਹੀਂ ਨਿਭਦੇ, ਇਹ ਧਨ ਦੌਲਤ ਨਾਲ ਨਹੀਂ ਜਾਣਾ, ਇਹ ਦੁਨੀਆ ਦੇ ਸੁੱਖ ਨਾਲ ਨਹੀਂ ਜਾਣੇ, ਸਮਝਾਇਆ ਤੇ ਬੜਾ ਹੈ। ਕਹੋ ਕਹਾਂ ਇਸ ਮਨ ਬੌਰੇ ਕੋ, ਇਸ ਮਨ ਬੌਰੇ ਝੱਲੇ ਨੂੰ ਕਿੱਥੋਂ ਕੁ ਤੱਕ ਕਹਿ ਕਹਿ ਕੇ ਸਮਝਾਵਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਨ ਸਿਓ ਨਿਹੋ ਲਗਾਇਓ, ਪਰ ਫਿਰ ਵੀ ਇਹਨਾਂ ਜੀਆਂ ਨਾਲ ਹੀ ਨਿਉ ਲਾ ਕੇ ਬੈਠਾ, ਪਰਿਵਾਰ ਦੇ ਮੈਂਬਰਾਂ ਵਿੱਚ ਹੀ ਮੋਹ ਪਾ ਕੇ ਬੈਠਾ। ਸਮਝਾਇਆ ਤੇ ਬੜਾ ਹੈ ਪਰ ਫਿਰ ਵੀ ਪੁੱਤਰ ਦਾ ਮੋਹ ਨਹੀਂ ਛੱਡਦਾ, ਪਰਿਵਾਰ ਦਾ ਮੋਹ ਨਹੀਂ ਛੱਡਦਾ, ਘਰ ਦਾ ਤੇ ਧਨ ਦਾ ਮੋਹ ਨਹੀਂ ਛੱਡਦਾ। ਸਮਝਾਇਆ ਤੇ ਬਹੁਤ ਹੈ ਪਰ ਇਨ ਸਿਓ ਨਿਹੋ ਲਗਾਇਓ, ਇਹਨਾਂ ਨਾਲ ਮੋਹ ਪਾ ਕੇ ਬੈਠਾ ਹੈ। ਦੀਨਾਨਾਥ ਸਗਲ ਪੈ ਭੰਜਨ ਜਸਤਾ ਕੋ ਬਿਸਰਾਇਓ। ਪਰਮਾਤਮਾ ਦੀਨਾਨਾਥ ਹੈ। ਦੀਨਾਨਾਥ ਜਿਹੜੇ ਦੀਨ ਗਰੀਬ ਨੇ ਉਹਨਾਂ ਦਾ ਨਾਥ ਮਾਲਕ ਹੈ, ਉਸ ਮਾਲਕ ਦੇ ਜਸ ਨੂੰ ਇਹ ਭੁਲਾਈ ਬੈਠਾ ਹੈ। ਦੀਨਾਨਾਥ ਜਿਹੜਾ ਗਰੀਬਾਂ ਦਾ ਮਾਲਕ ਹੈ, ਉਸ ਪਰਮਾਤਮਾ ਦੇ ਜਸ ਨੂੰ ਇਸ ਨੇ ਭੁਲਾ ਦਿੱਤਾ ਹੈ। ਜਸ ਤਾ ਕੋ ਬਿਸਰਾਇਓ ਸਕਲ ਭੈ ਭੰਜਨ, ਜਿਹੜਾ ਸਾਰੇ ਦੁੱਖਾਂ ਨੂੰ ਭੰਨ ਦੇਣ ਦੀ ਸਮਰੱਥਾ ਰੱਖਦਾ, ਉਹਦੇ ਜਸ ਨੂੰ ਭੁਲਾ ਕੇ ਬੈਠਾ ਹੋਇਆ ਹੈ। ਸਵਾਨ ਪੂਛ ਜਿਉ ਭਇਓ ਨ ਸੂਦੋ ਬਹੁਤ ਯਤਨ ਮੈਂ ਕੀਨੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਮਨ ਹੈ ਨਾ ਬੰਦਿਆ ਤੇਰਾ ਕੁੱਤੇ ਦੀ ਪੂਛ ਵਰਗਾ। ਕੁੱਤੇ ਦੀ ਉਦਾਹਰਨ ਦਿੱਤੀ ਹੈ। ਤੁਸੀਂ ਕੁੱਤਾ ਵੇਖਿਆ ਨਾ, ਘਰ ਵਿੱਚ ਕਈਆਂ ਨੇ ਰੱਖੇ ਵੀ ਹੋਏ, ਭਾਵੇਂ ਕਿ ਆਪਣੇ ਸੌਣ ਵਾਸਤੇ ਘਰੇ ਮੰਜਾ ਨਾ ਹੋਵੇ ਪਰ ਕੁੱਤੇ ਵਾਸਤੇ ਜ਼ਰੂਰ ਲੱਗਾ ਹੋਇਆ, ਕੁੱਤਾ ਰੱਖਿਆ ਹੋਇਆ। ਨਿੱਕੇ ਨਿੱਕੇ ਘਰ ਤੇ ਕੁੱਤਾ ਜ਼ਰੂਰੀ ਰੱਖਣਾ ਉਹਨਾਂ ਨੇ ਬਣਾਇਆ ਹੋਇਆ। ਪਰ ਮਹਾਰਾਜ ਕਹਿਣ ਲੱਗੇ ਕੁੱਤੇ ਦੀ ਪੂਛ ਹਮੇਸ਼ਾ ਟੇਢੀ ਰਹਿੰਦੀ, ਵਿੰਗੀ ਰਹਿੰਦੀ ਹੈ। ਵੇਖੀਏ ਨਾ ਆਪਾਂ, ਵੇਖਦੇ ਆ ਗਲੀਆਂ ਵਿੱਚ ਬਥੇਰੇ ਕੁੱਤੇ ਤੁਰੇ ਫਿਰਦੇ, ਪੂਛ ਟੇਢੀ ਹੈ। ਕਿਸੇ ਨੇ ਸੋਚਿਆ ਵੀ ਕੁੱਤੇ ਦੀ ਪੂਛ ਟੇਢੀ ਨਹੀਂ ਲੱਗਦੀ, ਮੈਂ ਸਿੱਧੀ ਕਰ ਦੇਵਾਂ। ਉਹਨੇ ਲੰਮੀ ਲਿਆ ਕੇ ਨਾਲੀ ਤੇ ਕੁੱਤੇ ਦੀ ਪੂਛ ਦੇ ਉੱਪਰ ਚਾੜ ਦਿੱਤੀ। 12 ਸਾਲ ਚਾੜ ਛੱਡੀ, ਇਹ ਨਹੀਂ ਵੀ 1 2 4 ਦਿਨ, ਵੀ 12 ਸਾਲ ਪੂਛ ਇਸ ਨਾਲੀ ਵਿੱਚ ਰਹੇਗੀ ਨਾ, ਪੈਪ ਦੇ ਵਿੱਚ। ਪੈਪ ਸਿੱਧਾ ਤੇ ਪੂਛ ਵੀ ਸਿੱਧੀ ਹੋ ਜਾਵੇਗੀ। 12 ਸਾਲਾਂ ਬਾਅਦ ਜਦੋਂ ਉਹ ਪੈਪ ਕੱਢੀ, ਪੂਛ ਦੇ ਉੱਪਰੋਂ ਲਾਈ ਨਾਲੀ, ਤੇ ਕਹਿਣ ਲੱਗੇ ਉਹ ਪੂਛ ਫਿਰ ਉਸੇ ਤਰ੍ਹਾਂ ਹੀ ਮੋੜ ਪਾ ਕੇ ਤੇ ਟੇਢੀ ਹੋ ਗਈ, ਤਾਂ ਨੂੰ ਫਿਰ ਮੁੜ ਗਈ। ਮਹਾਰਾਜ ਕਹਿਣ ਲੱਗੇ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਹੈ, ਜਿੰਨਾ ਮਰਜ਼ੀ ਯਤਨ ਕਰ ਲਓ। ਇਸੇ ਤਰ੍ਹਾਂ ਇਹ ਮਨ ਵੀ ਕੁੱਤੇ ਦੀ ਪੂਛ ਵਰਗਾ ਹੀ ਹੈ। ਜਿੰਨਾ ਮਰਜ਼ੀ ਇਹਨੂੰ ਸਮਝਾ ਲਓ ਵੀ ਦੁਨੀਆ ਤੋਂ ਨਾਲ ਕੁਝ ਨਹੀਂ ਜਾਣਾ, ਜਿੰਨਾ ਮਰਜ਼ੀ ਇਹਨੂੰ ਇਹ ਦੱਸ ਦਿਓ ਵੀ ਸਾਖ ਸੰਬੰਧੀ ਸਭ ਆਪਣੇ ਮਤਲਬ ਵਾਸਤੇ ਨੇ, ਪਰ ਇਹ ਮਨ ਇਹੋ ਜਿਹਾ ਹੈ ਝੱਲਾ, ਕੁੱਤੇ ਦੀ ਪੂਛ ਵਾਂਗ ਟੇਢਾ ਹੀ ਚੱਲਦਾ ਹੈ। ਸੱਜੇ ਨੂੰ ਕਹੀਏ ਤੇ ਖੱਬੇ ਨੂੰ ਜਾਂਦਾ ਹੈ, ਅੱਗੇ ਨੂੰ ਤੁਰੀਏ ਤੇ ਪਿੱਛੇ ਨੂੰ ਤੁਰਦਾ ਹੈ।
ਕਹੋ ਕਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਵਾਨ ਪੂਜਿਓ ਭਇਓ ਨਾ ਸੁਧੋ। ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ। 12 ਸਾਲ ਨਲਨੀ ਵਿੱਚ ਪਾ ਕੇ ਰੱਖ ਛੱਡੀ ਫਿਰ ਵੀ ਵਿੰਗੀ ਦੀ ਵਿੰਗੀ ਹੈ। ਇਸੇ ਤਰ੍ਹਾਂ ਇਹ ਮਨ ਵੀ ਸਿੱਧਾ ਨਹੀਂ ਹੁੰਦਾ। ਬਹੁਤ ਯਤਨ ਮੈਂ ਕੀਨੋ, ਬੜੇ ਯਤਨ ਕੀਤੇ ਮਨ ਨੂੰ ਸਮਝਾਉਣ ਦੇ, ਪਰ ਮਨ ਫਿਰ ਵੀ ਸਮਝਦਾ ਨਹੀਂ ਹੈ। ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਨੋ। ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕੋ ਹੀ ਸਾਡੇ ਕੋਲ ਹੁਣ ਪ੍ਰਾਰਥਨਾ ਹੈ, ਐ ਪ੍ਰਮਾਤਮਾ ਮੈਂ ਤੇਰਾ ਨਾਮ ਲਿਆ ਹੋਇਆ, ਮੈਂ ਤੇਰਾ ਦੱਸਿਆ ਹੋਇਆ ਜਿਹੜਾ ਸਰੀਰ ਦੇ ਉੱਪਰ ਲਿਬਾਸ ਉਹ ਪਾਇਆ ਹੋਇਆ, ਤੇ ਕੇਵਲ ਆਪਣੇ ਬਿਰਧ ਦੀ ਲਾਜ ਰੱਖ। ਜੇ ਮੈਂ ਨਰਕਾਂ ਦੇ ਟੋਏ ਵਿੱਚ ਡਿੱਗ ਪਿਆ ਮੈਨੂੰ ਤੇ ਕੋਈ ਨਹੀਂ ਜਾਣਦਾ। ਦੁਨੀਆ ਨੇ ਆਖਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੈ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਿੱਖ ਹੈ। ਮਹਾਰਾਜ ਤੁਹਾਡੇ ਬਿਰਧ ਨੂੰ ਲਾਜ ਲੱਗੇਗੀ। ਮੈਂ ਪਾਪ ਕਰਮ ਕਰਦਾ, ਕੁਕਰਮ ਕਰਦਾ, ਪਰ ਜੇ ਮੈਂ ਕੁਕਰਮ ਕਰਦਾ ਫੜਿਆ ਗਿਆ ਨਾ, ਮੈਨੂੰ ਤੇ ਹੋ ਸਕਦਾ ਕੋਈ ਨਾ ਜਾਣਦਾ ਹੋਵੇ, ਪਰ ਦੁਨੀਆ ਨੇ ਆਖਣਾ ਇਹ ਮਹਾਰਾਜ ਦਾ ਸਿੱਖ ਹੈ, ਇਹ ਤੁਹਾਡੇ ਨਾਮ ਨੂੰ ਲਾਜ ਲੱਗਣੀ ਹੈ। ਇਸ ਕਰਕੇ ਨਾਨਕ ਲਾਜ ਬਿਰਧ ਕੀ ਰੱਖੋ, ਆਪਣੇ ਬਿਰਧ ਦੀ, ਆਪਣੇ ਬਿਰਧ ਬਾਣੇ ਦੀ ਲਾਜ ਰੱਖ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਹੋਇਆ। ਪਰਮਾਤਮਾ ਦਾ ਬਿਰਧ ਇਹ ਹੈ ਗਰੀਬ ਨਵਾਜ ਪਤਤ ਪਾਵਨ ਭਗਤ ਵਛਲ, ਇਹ ਤੁਹਾਡਾ ਬਿਰਧ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨਾਮ ਤੁਹਾਰੋ ਲੀਨੋ, ਮੈਂ ਤੇ ਕੇਵਲ ਤੁਹਾਡਾ ਨਾਮ ਲਿਆ, ਉਸ ਨਾਮ ਦੀ ਲਾਜ ਰੱਖ ਲੋ। ਬਾਹੇ ਗਹਿ ਕੀ ਲਾਜ ਯਸ ਗੋਬਿੰਦ ਦਾਸ ਤੁਹਾਰ, ਇਹ ਮੇਰੇ ਤੇ ਕਿਰਪਾ ਕਰੋ, ਮੈਂ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆਇਆ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਵਾਨ ਪੂਛ ਜਿਉ ਭਇਓ ਨ ਸੁਧੋ, ਬਹੁਤ ਯਤਨ ਮੈਂ ਕੀਨੋ। ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ